ਮੇਰਾ ਨਾਮ ਸੂਰਜ ਹੈ। ਮੇਰੀ ਉਮਰ 35 ਸਾਲ ਹੈ। ਮੇਰੇ 3 ਬੱਚੇ ਹਨ ਅਤੇ ਤਿੰਨੋਂ ਸ਼ਹਿਰ ਦੇ ਚੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਮੈਂ ਆਪਣੇ 3 ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਬਹੁਤ ਮਿਹਨਤ ਕਰਦਾ ਹਾਂ। ਮੇਰੀ ਆਪਣੀ ਕੱਪੜੇ ਦੀ ਦੁਕਾਨ ਹੈ ਜੋ ਅੱਜ ਕੱਲ੍ਹ ਘੱਟ ਚੱਲ ਰਹੀ ਹੈ। ਮੇਰਾ ਵਿਆਹ ਮੇਰੀ ਇੱਕ ਦੋਸਤ ਨਾਲ ਹੋਇਆ ਸੀ। ਉਹ ਬਹੁਤ ਸੋਹਣੀ ਹੈ ਪਰ ਜ਼ੁਬਾਨ ਦੀ ਬਹੁਤ ਤਿੱਖੀ ਹੈ। ਜੋ ਵੀ ਉਸ ਦੇ ਦਿਲ ਵਿੱਚ ਆਉਂਦਾ ਹੈ ਉਹ ਉਸ ਨੂੰ ਕਹਿ ਦਿੰਦੀ ਹੈ, ਚਾਹੇ ਸਾਹਮਣੇ ਵਾਲੇ ਨੂੰ ਚੰਗਾ ਲੱਗੇ ਜਾਂ ਨਾ। ਮੈਂ ਅਕਸਰ ਉਸ ਨੂੰ ਸਮਝਾਉਂਦਾ ਰਹਿੰਦਾ ਹਾਂ ਕਿ ਜੇ ਤੁਹਾਨੂੰ ਕਿਸੇ ਦੀ ਕਹੀ ਗੱਲ ਬੁਰੀ ਵੀ ਲੱਗੀ ਹੈ ਤਾਂ ਉਸ ਨੂੰ ਮੂੰਹ ਤੇ ਨਾ ਕਿਹਾ ਕਰੋ, ਪਰ ਉਹ ਮੇਰੀ ਗੱਲ ਨਹੀਂ ਸਮਝਦੀ। ਉਹ ਕਹਿੰਦੀ ਹੈ ਕਿ ਮੈਂ ਡਰਪੋਕ ਨਹੀਂ ਹਾਂ ਬਲਕਿ ਬਹਾਦਰ ਹਾਂ। ਮੈਂ ਦੂਜਿਆਂ ਦੀ ਬੁਰਾਈ ਉਹਨਾਂ ਦੇ ਮੂੰਹ ਤੇ ਹੀ ਬੋਲ ਦਿੰਦੀ ਹਾਂ, ਪਰ ਮੈਨੂੰ ਉਸ ਦੀ ਇਹ ਆਦਤ ਬਿਲਕੁਲ ਵੀ ਪਸੰਦ ਨਹੀਂ ਸੀ। ਅਕਸਰ ਮੈਂ ਉਸ ਦੀਆਂ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਸੀ ਅਤੇ ਉਸ ਦੀਆਂ ਇਹਨਾਂ ਹਰਕਤਾਂ ਕਾਰਨ ਅੱਜ ਕੱਲ੍ਹ ਮੈਂ ਉਸ ਤੋਂ ਖਿਜਿਆ ਸਾ ਰਹਿੰਦਾ ਹਾਂ। ਘੱਟੋ ਘੱਟ ਬੋਲਣ ਤੋਂ ਪਹਿਲਾਂ ਬੰਦੇ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦੂਜੇ ਬੰਦੇ ਨੂੰ ਉਸ ਦੀਆਂ ਗੱਲਾਂ ਬੁਰੀਆਂ ਵੀ ਲੱਗ ਸਕਦੀਆਂ ਹਨ। ਇੰਨੀ ਦਿਨੀ ਮੈਂ ਆਪਣੇ ਕਾਰੋਬਾਰ ਦਾ ਨੁਕਸਾਨ ਕਾਰਨ ਬਹੁਤ ਚਿੰਤਤ ਰਹਿੰਦਾ ਸੀ। ਭਾਵੇਂ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਸੀ। ਦੁਕਾਨ ਖੋਲ੍ਹਣ ਤੋਂ ਪਹਿਲਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ ਕਿ ਮੇਰਾ ਕਾਰੋਬਾਰ ਵਧੇ ਫੁੱਲੇ, ਪਰ ਮੈਨੂੰ ਅਹਿਸਾਸ ਹੋਣ ਲੱਗਾ ਜਿਵੇਂ ਰੱਬ ਮੇਰੇ ਨਾਲ ਨਾਰਾਜ਼ ਹੋਵੇ। ਦਿਨ ਇਸੇ ਤਰ੍ਹਾਂ ਹੀ ਗੁਜ਼ਰ ਰਹੇ ਸਨ। ਇੱਕ ਦਿਨ ਮੈਂ ਦੁਕਾਨ ਤੇ ਬੈਠਾ ਸੀ, ਕੋਈ ਗਾਹਕ ਨਹੀਂ ਆਇਆ। ਦੁਪਹਿਰ ਹੋ ਚੁੱਕੀ ਸੀ ਪਰ ਮੈਂ ਵੀ ਇੱਕ ਵੀ ਗ੍ਰਾਹਕ ਦਾ ਮੂੰਹ ਨਹੀਂ ਸੀ ਦੇਖਿਆ। ਗਰਮੀ ਦੇ ਦਿਨ ਸਨ ਅਤੇ ਗਰਮੀ ਕਾਰਨ ਮੇਰਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਲਾਈਟ ਵੀ ਚਲੀ ਗਈ ਸੀ। ਹੱਥ ਨਾਲ ਪੱਖਾ ਚੱਲ ਰਿਹਾ ਸੀ। ਮੇਰੀ ਨਜ਼ਰ ਸਾਹਮਣੇ ਕੱਪੜਿਆਂ ਦੀ ਦੁਕਾਨ ਤੇ ਟਿਕ ਗਈ, ਜਿੱਥੇ ਇੱਕ ਤੋਂ ਵੱਧ ਇੱਕ ਗਾਹਕ ਆ ਰਹੇ ਸਨ ਅਤੇ ਕਾਫੀ ਖਰੀਦਦਾਰੀ ਕਰਕੇ ਚਲੇ ਗਏ। ਅਜਿਹਾ ਨਹੀਂ ਸੀ ਕਿ ਮੇਰੀ ਦੁਕਾਨ ਛੋਟੀ ਸੀ ਜਾਂ ਕੱਪੜੇ ਘੱਟ ਸਨ। ਮੇਰੇ ਕੋਲ ਹਰ ਤਰ੍ਹਾਂ ਦੇ ਕੱਪੜੇ ਸਨ, ਪਰ ਫਿਰ ਵੀ ਲੋਕ ਮੇਰੇ ਕੋਲ ਘੱਟ ਹੀ ਆਉਂਦੇ ਸਨ। ਮੈਂ ਉਸੇ ਦੁਕਾਨ ਤੇ ਨਜ਼ਰਾਂ ਟਿਕਾਈ ਬੈਠਾ ਹੀ ਸੀ ਕਿ ਅਚਾਨਕ ਇੱਕ ਪਾਸਿਓਂ ਭਿਖਾਰਨ ਆ ਕੇ ਮੇਰੀ ਦੁਕਾਨ ਦੇ ਸਾਹਮਣੇ ਖੜੀ ਹੋ ਗਈ ਅਤੇ ਹੱਥ ਫੈਲਾ ਕੇ ਮੇਰੇ ਕੋਲੋਂ ਕੁਝ ਮੰਗਣ ਲੱਗੀ, ਪਰ ਮੇਰਾ ਧਿਆਨ ਸਿਰਫ ਸਾਹਮਣੇ ਵਾਲੀ ਦੁਕਾਨ ਵੱਲ ਸੀ। ਮੇਰੇ ਦਿਲ ਨੇ ਅਚਾਨਕ ਰੱਬ ਨੂੰ ਸ਼ਿਕਾਇਤ ਕੀਤੀ ਕਿ ਮੇਰੀ ਦੁਕਾਨ ਵਿੱਚ ਕੀ ਕਮੀ ਹੈ, ਮੇਰੀ ਦੁਕਾਨ ਤੇ ਕੋਈ ਕਿਉਂ ਨਹੀਂ ਆਉਂਦਾ। ਫਿਰ ਭਿਖਾਰਨ ਨੇ ਉੱਚੀ ਆਵਾਜ਼ ਵਿੱਚ ਕਿਹਾ, ਬਾਬੂ ਜੀ, ਮੈਨੂੰ ਕੁਝ ਕੱਪੜੇ ਦਿਓ। ਉਸ ਦੀ ਤਿੱਖੀ ਅਤੇ ਉੱਚੀ ਆਵਾਜ਼ ਸੁਣ ਕੇ ਮੈਂ ਘਬਰਾ ਗਿਆ ਅਤੇ ਉਸ ਵੱਲ ਦੇਖਣ ਲੱਗਾ ਅਤੇ ਫਿਰ ਉਸ ਵੱਲ ਦੇਖਦਾ ਰਿਹਾ। ਉਹ ਇੱਕ ਲੰਮੀ ਜਵਾਨ ਅਤੇ ਸੁੰਦਰ ਔਰਤ ਸੀ। ਉਸ ਨੇ ਇੱਕ ਪੁਰਾਣਾ ਜਿਹਾ ਸੂਟ ਪਾਇਆ ਹੋਇਆ ਸੀ ਜੋ ਕਾਫੀ ਗੰਦਾ ਹੋ ਗਿਆ ਸੀ। ਉਸ ਦੇ ਪੈਰਾਂ ਵਿੱਚ ਪੁਰਾਣੀਆਂ ਚੱਪਲਾਂ ਸਨ, ਜਦੋਂ ਕਿ ਉਸ ਦੇ ਗੋਰੇ ਰੰਗ ਤੇ ਨੱਕ ਵਿੱਚ ਨਥਲੀ ਚਮਕ ਰਹੀ ਸੀ ਜੋ ਉਸ ਦੇ ਗੋਲ ਚਿਹਰੇ ਤੇ ਬਹੁਤ ਸੁੰਦਰ ਲੱਗ ਰਹੀ ਸੀ। ਕਈ ਥਾਵਾਂ ਤੇ ਚਿਹਰੇ ਤੇ ਮਿੱਟੀ ਵੀ ਲੱਗੀ ਹੋਈ ਸੀ, ਫਿਰ ਵੀ ਉਹ ਬਹੁਤ ਸੁੰਦਰ ਲੱਗ ਰਹੀ ਸੀ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ। ਉਸ ਦੇ ਚਿਹਰੇ ਤੇ ਇੰਨੀ ਮਾਸੂਮੀਅਤ ਸੀ ਕਿ ਉਸ ਨੂੰ ਦੇਖ ਕੇ ਮੇਰਾ ਦਿਲ ਨਹੀਂ ਭਰ ਰਿਹਾ ਸੀ। ਮੈਨੂੰ ਗੁਆਚਿਆ ਦੇਖ ਕੇ ਉਹ ਫਿਰ ਬੋਲੀ, ਬਾਬੂ ਜੀ, ਮੈਨੂੰ ਕੁਝ ਕੱਪੜੇ ਦੇ ਦਿਓ, ਮੈਂ ਭਿਖਾਰਨ ਹਾਂ। ਉਸ ਦੀ ਬੇਨਤੀ ਸੁਣ ਕੇ ਮੈਨੂੰ ਹੋਸ਼ ਆ ਗਿਆ। ਮੈਂ ਉਸ ਵੱਲ ਧਿਆਨ ਦਿੱਤਾ। ਉਹ ਹਸਰਤ ਭਰੀ ਅੱਖਾਂ ਨਾਲ ਮੇਰੀ ਦੁਕਾਨ ਵਿੱਚ ਲੱਗੇ ਕੱਪੜਿਆਂ ਵੱਲ ਦੇਖ ਰਹੀ ਸੀ। ਮੈਂ ਕਿਹਾ, ਮੈਂ ਦੇ ਦੇਵਾਂਗਾ, ਪਹਿਲਾਂ ਇਹ ਦੱਸੋ ਕਿ ਤੁਸੀਂ ਕੌਣ ਹੋ। ਉਹ ਕੱਪੜਿਆਂ ਤੋਂ ਨਜ਼ਰਾਂ ਹਟਾ ਕੇ ਮੇਰੇ ਵੱਲ ਦੇਖਦਿਆਂ ਕਿਹਾ, ਮੇਰਾ ਨਾਮ ਗੋਪੀ ਹੈ, ਮੈਂ ਇੱਕ ਭਿਖਾਰਨ ਹਾਂ। ਮੈਨੂੰ ਉਸ ਦਾ ਨਾਮ ਬਹੁਤ ਪਸੰਦ ਆਇਆ। ਮੈਂ ਫਿਰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ। ਉਸ ਨੇ ਕਿਹਾ ਕਿ ਮੈਂ ਇੱਥੋਂ ਕੁਝ ਦੂਰ ਇੱਕ ਸੁਨਸਾਨ ਜਗ੍ਹਾ 'ਚ ਇੱਕ ਝੌਂਪੜੀ ਵਿੱਚ ਰਹਿੰਦੀ ਹਾਂ। ਇਹ ਸੁਣ ਕੇ ਮੈਂ ਸਿਰ ਹਿਲਾਇਆ ਅਤੇ ਇੱਕ ਸੋਹਣਾ ਸੂਟ ਕੱਢ ਕੇ ਉਸ ਨੂੰ ਦੇ ਦਿੱਤਾ ਅਤੇ ਉਹ ਕੱਪੜੇ ਲੈ ਕੇ ਖੁਸ਼ ਹੋ ਗਈ। ਉਸਨੇ ਕੱਪੜੇ ਆਪਣੇ ਬੈਗ ਵਿੱਚ ਪਾ ਲਏ ਅਤੇ ਕਿਹਾ, ਧੰਨਵਾਦ ਬਾਬੂ ਜੀ। ਉਸ ਨੇ ਮੇਰੇ ਵੱਲੋਂ ਦਿੱਤੀ ਚੁੰਨੀ ਸਿਰ ਤੇ ਰੱਖ ਲਈ। ਉਸਨੇ ਕਿਹਾ, ਮੈਂ ਸੋਹਣੀ ਲੱਗ ਰਹੀ ਹਾਂ। ਉਹ ਚੁੰਨੀ ਵਿੱਚ ਸੱਚਮੁੱਚ ਬਹੁਤ ਪਿਆਰੀ ਲੱਗ ਰਹੀ ਸੀ। ਮੈਂ ਕਿਹਾ, ਹਾਂ, ਤੁਸੀਂ ਸੋਹਣੇ ਲੱਗ ਰਹੇ ਹੋ। ਉਸਨੇ ਇੱਕ ਵਾਰ ਫਿਰ ਮੇਰਾ ਧੰਨਵਾਦ ਕੀਤਾ। ਉਸਨੇ ਕੱਪੜੇ ਤੈਅ ਕਰਕੇ ਬੈਗ ਵਿੱਚ ਪਾ ਲਏ ਅਤੇ ਆਪਣੀ ਆਵਾਜ਼ ਵਿੱਚ ਕੁਝ ਬੋਲਦੀ ਹੋਈ ਦੁਕਾਨ ਛੱਡ ਕੇ ਆਪਣੇ ਰਾਹ ਤੁਰ ਗਈ। ਉਸ ਨੂੰ ਮੇਰੀ ਦੁਕਾਨ ਤੋਂ ਗਈ ਨੂੰ ਅਜੇ 5 ਮਿੰਟ ਹੀ ਹੋਏ ਸਨ। ਇੱਕ ਔਰਤ ਕੱਪੜੇ ਖਰੀਦਣ ਆਈ। ਮੈਂ ਉਸ ਭਿਖਾਰਨ ਨੂੰ ਆਪਣੇ ਮਨ ਵਿੱਚੋਂ ਕੱਢ ਦਿੱਤਾ ਅਤੇ ਉਸ ਔਰਤ ਨੂੰ ਕੱਪੜੇ ਦਿਖਾਉਣ ਲੱਗ ਪਿਆ। ਬਸ ਜਦੋਂ ਮੈਂ ਉਸ ਔਰਤ ਤੋਂ ਵਿਹਲਾ ਹੋਇਆ ਤਾਂ 2-3 ਹੋਰ ਔਰਤਾਂ ਆ ਕੇ ਕੱਪੜੇ ਦੇਖਣ ਲੱਗ ਗਈਆਂ ਤੇ ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਜਿਵੇਂ ਹੀ ਪਹਿਲਾ ਗਾਹਕ ਜਾਂਦਾ ਤੇ ਦੂਜਾ ਆ ਜਾਂਦਾ, ਫਿਰ ਸਾਰਾ ਦਿਨ ਇਹੋ ਹੀ ਹਾਲ ਰਿਹਾ।
ਮੇਰੀ ਦੁਕਾਨ ਤੇ ਗਾਹਕਾਂ ਦੀ ਗਿਣਤੀ ਵੱਧ ਰਹੀ ਸੀ। ਹਰ ਗਾਹਕ ਘੱਟੋ ਘੱਟ 5 ਤੋਂ 6 ਸੂਟ ਖਰੀਦਦਾ ਸੀ। ਹੁਣ ਮੇਰੇ ਕੋਲ ਬੈਠ ਕੇ ਦੇਖਣ ਦਾ ਇੰਨਾ ਸਮਾਂ ਵੀ ਨਹੀਂ ਬਚਿਆ ਸੀ ਕਿ ਸਾਹਮਣੇ ਦੁਕਾਨ ਤੇ ਕਿੰਨੇ ਗਾਹਕ ਆਏ ਅਤੇ ਕਿੰਨੇ ਗਏ। ਸਾਰਾ ਦਿਨ ਗਾਹਕਾਂ ਦੀ ਲਾਈਨ ਲੱਗੀ ਹੋਈ ਸੀ। ਸ਼ਾਮ ਤੱਕ ਮੇਰੇ ਸਾਰੇ ਕੱਪੜੇ ਵਿਕ ਚੁੱਕੇ ਸਨ ਅਤੇ ਅੱਜ ਪਹਿਲੀ ਵਾਰ ਇੰਨੇ ਗਾਹਕਾਂ ਨਾਲ ਨਜਿੱਠਣ ਤੋਂ ਬਾਅਦ ਅਤੇ ਲਗਭਗ ਖਾਲੀ ਦੁਕਾਨ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਅੱਜ ਇਹ ਸਭ ਕਿਵੇਂ ਹੋ ਗਿਆ। ਇੱਕ ਦਿਨ ਵਿੱਚ ਇੰਨੇ ਗਾਹਕ ਆ ਗਏ ਅਤੇ ਸਾਰੀ ਦੁਕਾਨ ਖਾਲੀ ਹੋ ਗਈ। ਮੈਂ ਸਾਰੇ ਪੈਸੇ ਇਕੱਠੇ ਕੀਤੇ ਅਤੇ ਉਸ ਪੈਸਿਆਂ ਨਾਲ ਬਹੁਤ ਸਾਰੇ ਕੱਪੜੇ ਖਰੀਦੇ ਅਤੇ ਆਪਣੀ ਦੁਕਾਨ ਨੂੰ ਦੁਬਾਰਾ ਫਿਰ ਭਰ ਲਿਆ ਅਤੇ ਬਾਕੀ ਪੈਸੇ ਘਰ ਲੈ ਆਇਆ ਅਤੇ ਇਹ ਸਭ ਕੁਝ ਆਪਣੀ ਪਤਨੀ ਨੂੰ ਦੱਸਿਆ, ਜਿਸ ਤੇ ਉਹ ਬਹੁਤ ਖੁਸ਼ ਹੋ ਗਈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਅਗਲੇ ਦਿਨ ਰੂਟੀਨ ਅਨੁਸਾਰ ਮੈਂ ਫਿਰ ਦੁਕਾਨ ਤੇ ਪਹੁੰਚਿਆ ਅਤੇ ਗਾਹਕਾਂ ਦੀ ਉਡੀਕ ਕਰਨ ਲੱਗਾ, ਪਰ ਦੂਜੇ ਦਿਨ ਫਿਰ ਉਹ ਭਿਖਾਰਨ ਮੇਰੀ ਦੁਕਾਨ ਤੇ ਆ ਖੜੀ ਹੋਈ। ਪਰ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਸ ਨੇ ਕੱਲ ਵਾਂਗ ਹੀ ਗੰਦਾ ਸੂਟ ਪਾਇਆ ਹੋਇਆ ਸੀ। ਭਾਵੇਂ ਮੈਂ ਕੱਲ ਉਸ ਨੂੰ ਨਵਾਂ ਸੂਟ ਦਿੱਤਾ ਸੀ, ਪਰ ਫਿਰ ਵੀ ਉਹ ਉਹੀ ਗੰਦਾ ਪੁਰਾਣਾ ਸੂਟ ਪਾ ਕੇ ਵਾਪਸ ਆਈ ਸੀ। ਪਰ ਮੈਂ ਉਸ ਨੂੰ ਪਸੰਦ ਕਰਨ ਲੱਗ ਪਿਆ ਅਤੇ ਉਸ ਨੂੰ ਦੇਖਦਿਆਂ ਹੀ ਮੈਨੂੰ ਆਪਣਾ ਦਿਲ ਹਲਕਾ ਜਿਹਾ ਮਹਿਸੂਸ ਹੋਇਆ। ਕੱਲ ਵਾਂਗ ਅੱਜ ਫਿਰ ਉਹ ਬੋਲੀ, ਬਾਬੂ ਜੀ ਮੈਨੂੰ ਕੱਪੜੇ ਦਿਓ ਨਾ। ਉਹ ਇੰਨੇ ਨਰਮ ਅਤੇ ਪਿਆਰ ਭਰੇ ਸ਼ਬਦਾਂ ਵਿੱਚ ਮੇਰੇ ਤੋਂ ਕੱਪੜੇ ਮੰਗਦੀ ਸੀ ਕਿ ਮੈਂ ਇਨਕਾਰ ਨਹੀਂ ਕਰ ਸਕਦਾ ਸੀ। ਇੱਕ ਉਸ ਦਾ ਸੁੰਦਰ ਚਿਹਰਾ ਮੈਨੂੰ ਇਨਕਾਰ ਕਰਨ ਹੀ ਨਹੀਂ ਦਿੰਦਾ ਸੀ। ਅੱਜ ਵੀ ਮੈਂ ਬਿਨਾਂ ਕੁਝ ਕਹੇ ਉਸ ਨੂੰ ਕੱਪੜੇ ਦੇ ਦਿੱਤੇ। ਅੱਜ ਉਸਨੇ ਮੇਰੇ ਵੱਲੋਂ ਦਿੱਤੀ ਚੁੰਨੀ ਆਪਣੇ ਸਿਰ ਤੇ ਰੱਖੀ। ਨੀਲੇ ਕੱਪੜੇ ਅਤੇ ਨੀਲੀ ਚੁੰਨੀ ਸੀ ਅਤੇ ਇਹ ਰੰਗ ਉਸਦੇ ਗੋਰੇ ਰੰਗ ਤੇ ਬਹੁਤ ਜ਼ਿਆਦਾ ਖਿੜ ਰਿਹਾ ਸੀ। ਉਸਨੇ ਫਿਰ ਪੁੱਛਿਆ, ਬਾਬੂ ਸਾਹਿਬ ਮੈਂ ਸੋਹਣੀ ਲੱਗ ਰਹੀ ਹਾਂ? ਮੈਂ ਕਿਹਾ, ਜੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਮੇਰੀ ਗੱਲ ਸੁਣਦਿਆਂ ਹੀ ਉਹ ਝੱਟ ਆਪਣੇ ਕੱਪੜੇ ਚੁੱਕ ਕੇ ਦੁਕਾਨ ਤੋਂ ਬਾਹਰ ਚਲੀ ਗਈ ਤੇ ਮੈਂ ਕਾਫੀ ਦੇਰ ਤੱਕ ਉਸ ਵੱਲ ਦੇਖਦਾ ਰਿਹਾ। ਉਸ ਨੇ ਜਾਣ ਤੋਂ ਬਾਅਦ ਅੱਜ ਫਿਰ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗ ਗਈ। ਮੈਂ ਸਾਰਾ ਦਿਨ ਉਹਨਾਂ ਨਾਲ ਰੁੱਝਿਆ ਰਿਹਾ। ਇੱਕ ਤੋਂ ਬਾਅਦ ਇੱਕ ਗਾਹਕ ਆਉਂਦੇ ਰਹੇ। ਮੈਂ ਥੱਕਿਆ ਹੋਇਆ ਸੀ ਅਤੇ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਸੀ, ਪਰ ਭੀੜ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਮੈਂ ਸੋਚਿਆ ਕਿ ਮੈਂ ਇਕੱਲੇ ਇਸ ਨੂੰ ਸੰਭਾਲ ਨਹੀਂ ਪਾਵਾਂਗਾ ਤਾਂ ਮੈਂ ਇੱਕ ਲੜਕੇ ਨੂੰ ਨੌਕਰੀ ਤੇ ਰੱਖ ਲਵਾਂਗਾ। ਉਸ ਦਿਨ ਵੀ ਮੈਂ ਸੋਚ ਤੋਂ ਵੱਧ ਕਮਾਈ ਕੀਤੀ। ਮੈਂ ਬਹੁਤ ਖੁਸ਼ ਸੀ। ਉਸੇ ਸ਼ਾਮ ਮੈਂ ਇੱਕ ਲੜਕੇ ਨੂੰ ਦੁਕਾਨ ਤੇ ਕੰਮ ਕਰਨ ਲਈ ਰੱਖ ਲਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਹਰ ਮਹੀਨੇ ਤਨਖਾਹ ਵੀ ਦੇਵਾਂਗਾ। ਉਹ ਮੰਨ ਗਿਆ। ਇਸ ਤਰ੍ਹਾਂ ਲੜਕਾ ਮੇਰੀ ਦੁਕਾਨ ਤੇ ਕੰਮ ਕਰਨ ਲੱਗਾ। ਜ਼ਿੰਦਗੀ ਰੂਟੀਨ ਅਨੁਸਾਰ ਚੱਲਦੀ ਰਹੀ ਅਤੇ ਮੇਰੀ ਦੁਕਾਨ ਦਿਨ ਬ ਦਿਨ ਅੱਗੇ ਵੱਧਦੀ ਗਈ। ਪਰ ਇਸ ਦੌਰਾਨ ਉਹ ਭਿਖਾਰਨ ਵੀ ਰੋਜ਼ ਆਉਂਦੀ ਅਤੇ ਮੇਰੇ ਤੋਂ ਮੁਫਤ ਵਿੱਚ ਕੱਪੜੇ ਲੈ ਕੇ ਚਲੀ ਜਾਂਦੀ, ਪਰ ਮੈਂ ਉਸਦੇ ਕਦੇ ਵੀ ਨਵਾਂ ਸੂਟ ਪਾਇਆ ਹੋਇਆ ਨਹੀਂ ਦੇਖਿਆ ਸੀ। ਉਸਨੇ ਮੇਰੇ ਦਿੱਤੇ ਸੂਟ ਵਿੱਚੋਂ ਇੱਕ ਵੀ ਨਹੀਂ ਪਾਇਆ ਸੀ, ਸਗੋਂ ਉਹ ਹਮੇਸ਼ਾ ਆਪਣਾ ਗੰਦਾ ਪੁਰਾਣਾ ਸੂਟ ਪਾ ਕੇ ਆਉਂਦੀ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਕੱਪੜੇ ਕਿਉਂ ਨਹੀਂ ਪਾਉਂਦੀ ਜੋ ਮੈਂ ਉਸ ਨੂੰ ਦਿੰਦਾ ਹਾਂ। ਫਿਰ ਉਹ ਹੱਸ ਕੇ ਟਾਲ ਮਟੋਲ ਕਰਕੇ ਮੇਰੇ ਕੋਲੋਂ ਨਵੇਂ ਕੱਪੜੇ ਲੈ ਕੇ ਚਲੀ ਗਈ। ਮੈਂ ਉਸ ਦੀ ਸੁੰਦਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਇਨਕਾਰ ਹੀ ਨਹੀਂ ਕਰ ਸਕਦਾ ਸੀ। ਮੈਂ ਘਰ ਵਿੱਚ ਵੀ ਇਸ ਦਾ ਜ਼ਿਕਰ ਨਹੀਂ ਕੀਤਾ। ਮੈਂ ਆਪਣੀ ਪਤਨੀ ਨੂੰ ਉਸ ਭਿਖਾਰਨ ਬਾਰੇ ਨਹੀਂ ਦੱਸਿਆ ਸੀ। ਮੈਨੂੰ ਪਤਾ ਸੀ ਕਿ ਜਿਵੇਂ ਹੀ ਮੇਰੀ ਪਤਨੀ ਇਹ ਗੱਲ ਸੁਣੇਗੀ ਤਾਂ ਉਹ ਮੈਨੂੰ ਲੈਕਚਰ ਦੇਣਾ ਸ਼ੁਰੂ ਕਰ ਦੇਵੇਗੀ ਕਿ ਉਹ ਉਸ ਨੂੰ ਮੁਫਤ ਵਿੱਚ ਕੱਪੜੇ ਕਿਉਂ ਦਿੰਦੇ ਹਨ ਅਤੇ ਫਿਰ ਮੈਨੂੰ ਕਹਿਣਗੇ ਕਿ ਅੱਗੇ ਤੋਂ ਉਸ ਨੂੰ ਕੱਪੜੇ ਨਾ ਦਿਓ, ਇਹ ਬੇਕਾਰ ਹੈ। ਹਰ ਰੋਜ਼ ਉਹ ਪੁਰਾਣੇ ਕੱਪੜਿਆਂ ਵਿੱਚ ਆਉਂਦੀ ਹੈ ਅਤੇ ਮੇਰੇ ਕੋਲੋਂ ਨਵਾਂ ਸੂਟ ਲੈਂਦੀ ਹੈ। ਪਰ ਜਿਵੇਂ ਹੀ ਉਹ ਚਲੀ ਗਈ, ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗ ਗਈ। ਮੇਰੀ ਦੁਕਾਨ ਇਸ ਸਮੇਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਹੁਣ ਮੇਰੇ ਘਰ ਪੈਸੇ ਆਉਣ ਲੱਗ ਗਏ ਸੀ। ਮੈਂ ਹੈਰਾਨ ਸੀ ਕਿ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਸਿਰਫ ਭਿਖਾਰਨ ਦੇ ਆਉਣ ਤੇ ਕਿਉਂ ਲੱਗ ਜਾਂਦੀ ਸੀ। ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਸੀ ਹੋਇਆ ਕਿ ਮੇਰੀ ਦੁਕਾਨ ਤੇ ਇੰਨੇ ਗਾਹਕ ਆਏ ਹੋਣ। ਸਗੋਂ ਮੈਂ ਹਰ ਸਮੇਂ ਵਿਹਲਾ ਬੈਠ ਕੇ ਸਾਹਮਣੇ ਵਾਲੀ ਦੁਕਾਨ ਨੂੰ ਦੇਖਦਾ ਰਹਿੰਦਾ, ਜਿਸ ਤੇ ਹਰ ਸਮੇਂ ਭੀੜ ਰਹਿੰਦੀ ਸੀ। ਇਸ ਲਾਲਚ ਕਾਰਨ ਮੈਂ ਉਸ ਭਿਖਾਰੀ ਔਰਤ ਨੂੰ ਹਰ ਰੋਜ਼ ਨਵੇਂ ਕੱਪੜੇ ਦਿੰਦਾ ਸੀ, ਪਰ ਹੁਣ ਮੈਨੂੰ ਉਸ ਤੇ ਸ਼ੱਕ ਹੋਣ ਲੱਗਾ। ਕੁਝ ਸੋਚਣ ਤੋਂ ਬਾਅਦ ਮੈਂ ਇਸ ਮਾਮਲੇ ਬਾਰੇ ਪਤਾ ਲਗਾਉਣ ਦਾ ਫੈਸਲਾ ਕੀਤਾ। ਘੱਟੋ ਘੱਟ ਇਹ ਪਤਾ ਕਰਾਂ ਕਿ ਇਸ ਸਭ ਦੇ ਪਿੱਛੇ ਕੀ ਕਾਰਨ ਹੈ। ਅਤੇ ਫਿਰ ਇੱਕ ਦਿਨ ਜਦੋਂ ਉਹ ਮੇਰੀ ਦੁਕਾਨ ਤੇ ਆਈ ਅਤੇ ਕਹਿਣ ਲੱਗੀ, ਬਾਬੂ ਜੀ ਮੈਨੂੰ ਨਵੇਂ ਕੱਪੜੇ ਦੇ ਦਿਓ, ਤਾਂ ਮੈਂ ਨਵਾਂ ਸੂਟ ਕੱਢ ਕੇ ਉਸ ਵੱਲ ਵਧਾਇਆ
ਪਰ ਜਿਵੇਂ ਹੀ ਉਸਨੇ ਸੂਟ ਲੈਣ ਲਈ ਹੱਥ ਵਧਾਇਆ ਤਾਂ ਮੈਂ ਉਸਦਾ ਹੱਥ ਫੜ ਲਿਆ। ਮੈਂ ਉਸਨੂੰ ਕਿਹਾ ਕਿ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਇਹਨਾਂ ਕੱਪੜਿਆਂ ਦਾ ਕੀ ਕਰਦੇ ਹੋ, ਉਸ ਤੋਂ ਬਾਅਦ ਹੀ ਮੈਂ ਤੈਨੂੰ ਕੱਪੜੇ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ, ਮੈਂ ਇਹਨਾਂ ਕੱਪੜਿਆਂ ਨੂੰ ਪਹਿਨਦੀ ਹਾਂ। ਮੈਨੂੰ ਥੋੜਾ ਗੁੱਸਾ ਆਇਆ ਅਤੇ ਕਿਹਾ ਕਿ ਮੈਂ ਤੁਹਾਨੂੰ ਕਦੇ ਨਵੇਂ ਕੱਪੜੇ ਪਹਿਨਦੇ ਨਹੀਂ ਦੇਖਿਆ ਹੈ, ਸਗੋਂ ਤੁਸੀਂ ਹਮੇਸ਼ਾ ਗੰਦੇ ਅਤੇ ਫਟੇ ਪੁਰਾਣੇ ਕੱਪੜਿਆਂ ਵਿੱਚ ਹੀ ਰਹਿੰਦੇ ਹੋ। ਉਹ ਕਹਿਣ ਲੱਗੀ, ਬਾਬੂ ਜੀ, ਮੈਂ ਇਹ ਕੱਪੜੇ ਆਪਣੇ ਵਿਆਹ ਲਈ ਇਕੱਠੇ ਕਰ ਰਹੀ ਹਾਂ। ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਿਆ ਸ਼ਾਇਦ ਉਹ ਸੱਚ ਕਹਿ ਰਹੀ ਹੈ। ਫਿਰ ਮੈਂ ਚੁੱਪਚਾਪ ਕੱਪੜੇ ਉਸ ਨੂੰ ਦੇ ਦਿੱਤੇ ਅਤੇ ਉਹ ਕੱਪੜੇ ਲੈ ਕੇ ਬਾਹਰ ਚਲੀ ਗਈ। ਪਰ ਮੈਂ ਵੀ ਉਸ ਦੀ ਸੱਚਾਈ ਜਾਣਨਾ ਚਾਹੁੰਦਾ ਸੀ। ਮੈਂ ਆਪਣੀ ਦੁਕਾਨ 'ਤੇ ਕੰਮ ਕਰਦੇ ਲੜਕੇ ਨੂੰ ਦੁਕਾਨ 'ਤੇ ਬਿਠਾਇਆ ਅਤੇ ਫਿਰ ਮੈਂ ਆਪਣੇ ਕੱਪੜੇ ਬਦਲੇ ਅਤੇ ਆਪਣੇ ਚਿਹਰੇ 'ਤੇ ਮਾਸਕ ਪਾਇਆ। ਮੇਰੇ ਨਾਲ ਕੰਮ ਕਰਨ ਵਾਲਾ ਲੜਕਾ ਇਸ ਤਰ੍ਹਾਂ ਹੁਲੀਆ ਬਦਲਦਾ ਦੇਖ ਕੇ ਹੈਰਾਨ ਰਹਿ ਗਿਆ ਅਤੇ ਪੁੱਛਣ ਲੱਗਾ ਕਿ ਮੈਂ ਇਹ ਸਭ ਕਿਉਂ ਕਰ ਰਿਹਾ ਹਾਂ। ਪਰ ਮੈਂ ਉਸ ਦੇ ਸਵਾਲ ਦਾ ਜਵਾਬ ਨਾ ਦਿੱਤਾ ਅਤੇ ਉਸ ਨੂੰ ਦੁਕਾਨ ਸੰਭਾਲਣ ਲਈ ਕਿਹਾ ਅਤੇ ਦੁਕਾਨ ਤੋਂ ਬਾਹਰ ਆ ਗਿਆ। ਜਦੋਂ ਮੈਂ ਸੱਜੇ ਪਾਸੇ ਦੇਖਿਆ ਤਾਂ ਉਹ ਮੇਰੇ ਤੋਂ ਕਾਫੀ ਦੂਰ ਚਲੀ ਗਈ ਸੀ। ਮੈਂ ਤੇਜ਼ੀ ਨਾਲ ਉਸ ਦੇ ਪਿੱਛੇ ਤੁਰ ਪਿਆ। ਰਸਤੇ ਵਿੱਚ ਉਹ ਕਈ ਥਾਵਾਂ 'ਤੇ ਰੁਕ ਕੇ ਲੋਕਾਂ ਤੋਂ ਪੈਸੇ ਮੰਗਦੀ ਸੀ। ਉਹ ਕਿਸੇ ਕੋਲੋਂ ਖਾਣ ਪੀਣ ਦਾ ਸਮਾਨ ਮੰਗਦੀ ਅਤੇ ਕਿਸੇ ਤੋਂ ਕੁਝ ਹੋਰ ਜ਼ਰੂਰੀ ਚੀਜ਼ਾਂ ਮੰਗਦੀ ਅਤੇ ਫਿਰ ਆਪਣਾ ਬੈਗ ਇਕੱਠਾ ਕਰਕੇ ਅੱਗੇ ਵੱਧ ਜਾਂਦੀ। ਮੈਂ ਗੁਪਤ ਰੂਪ ਵਿੱਚ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ ਤਾਂ ਜੋ ਮੈਨੂੰ ਸਭ ਕੁਝ ਪਤਾ ਲੱਗ ਸਕੇ। ਹੁਣ ਤੱਕ ਉਸ ਨੂੰ ਮੇਰੇ 'ਤੇ ਕੋਈ ਸ਼ੱਕ ਨਹੀਂ ਸੀ ਕਿਉਂਕਿ ਮੈਂ ਆਪਣਾ ਰੂਪ ਬਦਲ ਲਿਆ ਸੀ। ਮੈਂ ਅਜੇ ਕੁਝ ਦੂਰ ਹੀ ਸੀ ਕਿ ਮੈਂ ਉਸ ਨੂੰ ਇੱਕ ਬੱਚੇ ਦੇ ਨੇੜੇ ਜਾਂਦੇ ਦੇਖਿਆ। ਉਸਨੇ ਆਪਣਾ ਬੈਗ ਰੱਖਿਆ ਅਤੇ ਥੋੜੀ ਦੇਰ ਲਈ ਬੱਚਿਆਂ ਨਾਲ ਗੱਲ ਕੀਤੀ ਅਤੇ ਫਿਰ ਉਹ ਇੱਕ ਵਾਰ ਉਹਨਾਂ ਦੇ ਵਾਲਾਂ 'ਤੇ ਹੱਥ ਫੇਰਦੀ ਹੋਈ ਅੱਗੇ ਵਧੀ। ਉਹ ਪੈਦਲ ਜਾ ਰਹੀ ਸੀ, ਇਸ ਲਈ ਮੈਂ ਵੀ ਪੈਦਲ ਹੀ ਉਸ ਦੇ ਪਿੱਛੇ ਪਿੱਛੇ ਜਾਣ ਲੱਗਾ। ਅੱਧਾ ਘੰਟਾ ਲਗਾਤਾਰ ਤੁਰਨ ਤੋਂ ਬਾਅਦ ਉਹ ਇੱਕ ਸੁੰਨਸਾਨ ਜਗ੍ਹਾ 'ਤੇ ਪਹੁੰਚ ਗਈ ਜਿੱਥੇ ਆਬਾਦੀ ਜ਼ਿਆਦਾ ਨਹੀਂ ਸੀ ਪਰ ਲਗਭਗ ਨਾ ਮਾਤਰ ਹੀ ਸੀ। ਇੱਥੇ ਕੁਝ ਝੌਂਪੜੀਆਂ ਬਣੀਆਂ ਹੋਈਆਂ ਸਨ ਅਤੇ ਉਹ ਭਿਖਾਰਨ ਵੀ ਉਹਨਾਂ ਝੌਂਪੜੀਆਂ ਵੱਲ ਜਾ ਰਹੀ ਸੀ। ਕਈ ਝੌਂਪੜੀਆਂ ਬਣਾਈਆਂ ਗਈਆਂ ਸਨ ਪਰ ਉਹ ਇੱਕ ਦੂਜੇ ਤੋਂ ਦੂਰੀ 'ਤੇ ਬਣੀਆਂ ਹੋਈਆਂ ਸਨ। ਝੌਂਪੜੀ ਦੇ ਅੱਗੇ ਪਰਦਾ ਲੱਗਿਆ ਹੋਇਆ ਸੀ ਜਿਸ ਕਾਰਨ ਝੌਂਪੜੀ ਦੇ ਅੰਦਰ ਦੇਖਣਾ ਮੁਸ਼ਕਲ ਸੀ। ਮੈਂ ਉਸ ਦਾ ਪਿੱਛਾ ਕਰਦਾ ਰਿਹਾ ਅਤੇ ਉਦੋਂ ਤੱਕ ਉਹ ਇੱਕ ਝੌਂਪੜੀ ਦੇ ਕੋਲ ਪਹੁੰਚ ਗਈ ਸੀ। ਉਸਨੇ ਪਰਦਾ ਹਟਾ ਦਿੱਤਾ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਛੋਟੇ ਬੱਚੇ ਝੌਂਪੜੀ ਦੇ ਅੰਦਰ ਬੈਠੇ ਅਤੇ ਰੋ ਰਹੇ ਸਨ। ਉਸ ਦੇ ਨਾਲ ਇੱਕ ਮੁਟਿਆਰ ਵੀ ਸੀ। ਉਹ ਉਹਨਾਂ ਬੱਚਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਝੌਂਪੜੀ ਵਿੱਚ ਬਹੁਤ ਸਾਰੇ ਬੱਚੇ ਸੀ। ਉਹ ਬੱਚਿਆਂ ਨੂੰ ਦੇਖ ਕੇ ਮੈਂ ਉਲਝਣ ਵਿੱਚ ਫਸ ਗਿਆ। ਉਸ ਦੇ ਇੰਨੇ ਬੱਚੇ ਨਹੀਂ ਹੋ ਸਕਦੇ ਕਿਉਂਕਿ ਉਹ ਵਿਆਹੀ ਵੀ ਨਹੀਂ ਸੀ ਤਾਂ ਇਸ ਦਾ ਮਤਲਬ ਉਹ ਚੋਰ ਸੀ। ਯਕੀਨਨ ਉਸਨੇ ਇਹਨਾਂ ਸਾਰੇ ਬੱਚਿਆਂ ਨੂੰ ਚੋਰੀ ਕੀਤਾ ਹੋਵੇਗਾ ਅਤੇ ਹੁਣ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੋਵੇਗਾ। ਜਾਂ ਤਾਂ ਉਹ ਬੱਚਿਆਂ ਦੇ ਬਦਲੇ ਮਾਤਾ ਪਿਤਾ ਤੋਂ ਪੈਸੇ ਲੈਂਦੀ ਹੈ ਜਾਂ ਫਿਰ ਉਹਨਾਂ ਨੂੰ ਭੀਖ ਮੰਗਣ ਦੇ ਧੰਦੇ ਵਿੱਚ ਲਗਾ ਦਿੰਦੀ ਹੈ ਅਤੇ ਫਿਰ ਪੈਸੇ ਕਮਾਵੇਗੀ। ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੰਦੀ ਹੋਵੇ। ਇਹ ਸਭ ਗੱਲਾਂ ਮੇਰੇ ਮਨ ਵਿੱਚ ਆਉਣ ਲੱਗ ਪਈਆਂ ਸਨ ਅਤੇ ਹੁਣ ਮੈਂ ਉਸ ਭਿਖਾਰਨ ਨਾਲ ਹਮਦਰਦੀ ਕਰਨ ਲਈ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਉਸ ਦਾ ਮਾਸੂਮ ਅਤੇ ਸੁੰਦਰ ਚਿਹਰਾ ਦੇਖ ਕੇ ਪਿਘਲ ਗਿਆ ਸੀ ਅਤੇ ਇੰਨੇ ਸਮੇਂ ਤੱਕ ਉਸ ਨੂੰ ਮੁਫਤ ਵਿੱਚ ਕੱਪੜੇ ਦਿੰਦਾ ਰਿਹਾ ਸੀ। ਮੈਂ ਇੱਕ ਦਰਖਤ ਦੇ ਪਿੱਛੇ ਛੁਪ ਕੇ ਆਪਣੇ ਆਪ ਨੂੰ ਕੋਸ ਰਿਹਾ ਸੀ ਅਤੇ ਮੇਰੀਆਂ ਨਜ਼ਰਾਂ ਉਸ ਭਿਖਾਰਨ 'ਤੇ ਹੀ ਟਿਕੀਆਂ ਹੋਈਆਂ ਸੀ। ਉਹ ਉਸ ਅਧਖੜ ਉਮਰ ਦੀ ਕੁੜੀ ਨੂੰ ਕੁਝ ਕਹਿ ਰਹੀ ਸੀ। ਕੁੜੀ ਸਿਰ ਹਿਲਾਉਂਦੇ ਹੋਏ ਉਸ ਨੂੰ ਕੁਝ ਦੱਸ ਰਹੀ ਸੀ। ਬੱਚੇ ਲਗਾਤਾਰ ਰੋ ਰਹੇ ਸਨ ਜਿਸ ਕਾਰਨ ਭਿਖਾਰਨ ਨੇ ਆਪਣੇ ਬੈਗ 'ਚੋਂ ਫਲ ਕੱਢ ਕੇ ਸਾਰਿਆਂ ਨੂੰ ਦਿੱਤੇ। ਸਾਰੇ ਬੱਚਿਆਂ ਦੀ ਉਮਰ 10 ਸਾਲ ਦੇ ਕਰੀਬ ਸੀ। ਮੈਂ ਉਸ ਵੱਲ ਹੀ ਦੇਖ ਰਿਹਾ ਸੀ ਜਦੋਂ ਨਾਲ ਵਾਲੀ ਝੌਂਪੜੀ ਦਾ ਪਰਦਾ ਹਟਿਆ ਅਤੇ ਉੱਥੋਂ ਇੱਕ ਬੁੱਢੀ ਔਰਤ ਬਾਹਰ ਆਈ। ਮੈਂ ਦੇਖਿਆ ਕਿ ਉੱਥੇ 8-10 ਬੱਚੇ ਵੀ ਨਜ਼ਰ ਆ ਰਹੇ ਸਨ ਅਤੇ ਸਾਰੇ 9-10 ਲਗਭਗ 11 ਸਾਲ ਦੇ ਲੜਕੇ ਅਤੇ ਲੜਕੀਆਂ ਦੋਵੇਂ ਹੀ ਸੀ। ਹੁਣ ਉਹ ਔਰਤ ਭਿਖਾਰਨ ਦੇ ਨੇੜੇ ਆ ਰਹੀ ਸੀ, ਹੱਥ ਹਿਲਾ ਕੇ ਉਸ ਨੂੰ ਕੁਝ ਕਹਿ ਰਹੀ ਸੀ ਅਤੇ ਭਿਖਾਰਨ ਵੀ ਉਸ ਬਜ਼ੁਰਗ ਔਰਤ ਨੂੰ ਕੁਝ ਦੱਸ ਰਹੀ ਸੀ। ਹੁਣ ਮੈਨੂੰ ਘਬਰਾਹਟ ਹੋਣ ਲੱਗੀ ਅਤੇ ਘਬਰਾਹਟ ਕਾਰਨ ਮੇਰੇ ਸਰੀਰ 'ਚ ਪਸੀਨਾ ਆਉਣ ਲੱਗਾ। ਮੈਨੂੰ ਲੱਗ ਰਿਹਾ ਸੀ ਕਿ ਇਹ ਉਸ ਦਾ ਪੂਰਾ ਗੈਂਗ ਹੈ ਅਤੇ ਇਹ ਬੱਚਿਆਂ ਦਾ ਕਾਰੋਬਾਰ ਦੂਰ ਦੂਰ ਤੱਕ ਫੈਲਿਆ ਹੋਇਆ ਹੈ। ਉਸ ਨੇ ਬਹੁਤ ਸਾਰੇ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਮੈਂ ਉੱਥੋਂ ਵਾਪਸ ਆਪਣੀ ਦੁਕਾਨ 'ਤੇ ਆ ਗਿਆ
ਅਤੇ ਆਪਣੇ ਕੱਪੜੇ ਬਦਲਣ ਤੋਂ ਬਾਅਦ ਡੂੰਘਾ ਸਾਹ ਲੈ ਕੇ ਆਪਣੇ ਆਪ ਨੂੰ ਰਿਲੈਕਸ ਕਰਨ ਲੱਗ ਪਿਆ। ਇਹ ਸਭ ਦੇਖ ਕੇ ਮੇਰਾ ਮਨ ਘਬਰਾ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਮੈਂ ਕੰਮ ਵਾਲੇ ਲੜਕੇ ਨੂੰ ਛੁੱਟੀ ਦੇ ਦਿੱਤੀ ਅਤੇ ਆਪ ਦੁਕਾਨ ਬੰਦ ਕਰਕੇ ਘਰ ਆ ਗਿਆ। ਬਾਰ-ਬਾਰ ਉਹਨਾਂ ਮਾਸੂਮ ਅਤੇ ਰੋਂਦੇ ਬੱਚਿਆਂ ਦੇ ਚਿਹਰੇ ਮੇਰੀਆਂ ਅੱਖਾਂ ਅੱਗੇ ਝਲਕ ਰਹੇ ਸਨ ਜੋ ਭਿਖਾਰਨ ਨੇ ਬੰਦੀ ਬਣਾਏ ਹੋਏ ਸਨ। ਪਤਾ ਨਹੀਂ ਉਹ ਉਹਨਾਂ ਨਾਲ ਕੀ ਕਰਨ ਜਾ ਰਹੀ ਸੀ। ਇਹ ਸੋਚ ਕੇ ਮੈਨੂੰ ਪਸੀਨਾ ਆ ਗਿਆ। ਮੈਂ ਆਪਣੇ ਬੱਚਿਆਂ ਨਾਲ ਗੱਲ ਵੀ ਨਹੀਂ ਕਰਦਾ ਸੀ, ਪਰ ਪਹਿਲਾਂ ਮੈਂ ਆਪਣੇ ਬੱਚਿਆਂ ਨਾਲ ਗੱਲਾਂ ਕਰਦਾ ਸੀ ਅਤੇ ਆਉਂਦਿਆਂ ਹੀ ਉਹਨਾਂ ਨਾਲ ਖੇਡਦਾ ਸੀ। ਮੇਰੀ ਪਤਨੀ ਨੂੰ ਵੀ ਮੇਰੀ ਸਮੱਸਿਆ ਦਾ ਅਹਿਸਾਸ ਹੋ ਗਿਆ ਸੀ। ਮੈਨੂੰ ਚੁੱਪ ਦੇਖ ਕੇ ਮੇਰੀ ਪਤਨੀ ਨੇ ਪੁੱਛਿਆ ਕਿ ਕੀ ਹੋਇਆ, ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਪਹਿਲਾਂ ਤਾਂ ਕਦੇ ਇੰਨੇ ਪਰੇਸ਼ਾਨ ਨਹੀਂ ਹੋਏ। ਪਹਿਲਾਂ ਤਾਂ ਮੈਂ ਇਹ ਕਹਿ ਕੇ ਟਾਲ ਮਟੋਲ ਕੀਤਾ ਕਿ ਠੀਕ ਹੈ, ਪਰ ਜਦੋਂ ਉਸ ਨੇ ਜ਼ੋਰ ਪਾਇਆ ਤਾਂ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ, ਸਿਵਾਏ ਇਸ ਗੱਲ ਦੇ ਕਿ ਮੈਂ ਉਸ ਨੂੰ ਹਰ ਰੋਜ਼ ਨਵੇਂ ਕੱਪੜੇ ਦਿੰਦਾ ਸੀ। ਜੇ ਮੈਂ ਉਸ ਨੂੰ ਇਹ ਗੱਲ ਦੱਸਦਾ ਤਾਂ ਉਹ ਮੈਨੂੰ ਬੇਵਕੂਫ ਸਮਝਦੀ ਅਤੇ ਸੋਚਣ ਲੱਗ ਜਾਂਦੀ ਕਿ ਤੂੰ ਅਜਿਹਾ ਕਿਉਂ ਕੀਤਾ, ਇੰਨੇ ਸਾਰੇ ਕੱਪੜੇ ਮੁਫਤ ਵਿੱਚ ਕਿਉਂ ਦਿੱਤੇ। ਮੇਰੀ ਗੱਲ ਸੁਣ ਕੇ ਉਹ ਵੀ ਸੋਚਣ ਲੱਗੀ ਕਿ ਇਹ ਤਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਅਚਾਨਕ ਉਸ ਨੇ ਕਿਹਾ, ਇਸ ਦਾ ਹੱਲ ਇਹ ਹੈ ਕਿ ਸਭ ਕੁਝ ਪੁਲਿਸ ਨੂੰ ਦੱਸਿਆ ਜਾਵੇ ਤਾਂ ਜੋ ਉਹ ਖੁਦ ਬੱਚਿਆਂ ਨੂੰ ਉਸ ਭਿਖਾਰਨ ਤੋਂ ਛੁਡਵਾ ਕੇ ਉਹਨਾਂ ਦੇ ਮਾਪਿਆਂ ਤੱਕ ਪਹੁੰਚਾ ਸਕਣ। ਇਸ ਤਰ੍ਹਾਂ ਤੁਹਾਡੀ ਟੈਨਸ਼ਨ ਵੀ ਖਤਮ ਹੋ ਜਾਵੇਗੀ ਅਤੇ ਬੱਚੇ ਵੀ ਆਪਣੇ ਮਾਤਾ ਪਿਤਾ ਤੱਕ ਪਹੁੰਚ ਜਾਣਗੇ। ਪਤਨੀ ਦੀ ਗੱਲ ਸੁਣ ਕੇ ਮੈਂ ਵੀ ਸੋਚਣ ਲੱਗ ਪਿਆ। ਕਹਿ ਤਾਂ ਉਹ ਠੀਕ ਹੀ ਰਹੀ ਸੀ। ਇੱਥੇ ਮਾਮਲਾ 1-2 ਬੱਚਿਆਂ ਦਾ ਨਹੀਂ, ਸਗੋਂ ਕਰੀਬ 20-25 ਬੱਚਿਆਂ ਦਾ ਸੀ ਜੋ ਉਸ ਭਿਖਾਰਨ ਦੀ ਜੇਲ੍ਹ ਵਿੱਚ ਬੰਦ ਹੋ ਕੇ ਆਪਣੇ ਮਾਪਿਆਂ ਤੋਂ ਦੂਰ ਹੋ ਕੇ ਤੜਫ ਰਹੇ ਸਨ। ਇਕੱਲਾ ਮੈਂ ਉਸ ਭਿਖਾਰਨ ਨਾਲ ਨਹੀਂ ਲੜ ਸਕਦਾ ਸੀ ਅਤੇ ਫਿਰ ਉਸ ਦੇ ਪੂਰੇ ਗੈਂਗ ਨੂੰ ਫੜਨਾ ਬਹੁਤ ਮੁਸ਼ਕਲ ਸੀ। ਪੂਰੇ ਮਾਮਲੇ ਨੂੰ ਪੁਲਿਸ ਹੀ ਚੰਗੀ ਤਰ੍ਹਾਂ ਨਜਿੱਠ ਸਕਦੀ ਸੀ। ਜੇ ਮੈਂ ਇਕੱਲੇ ਇਸ ਮਾਮਲੇ ਵਿੱਚ ਪੈਂਦਾ ਤਾਂ ਸ਼ਾਇਦ ਮੈਂ ਖੁਦ ਇਸ ਮਾਮਲੇ ਵਿੱਚ ਫਸ ਸਕਦਾ ਸੀ। ਮੇਰੀ ਪਤਨੀ ਨੇ ਜੋ ਕਿਹਾ ਉਸ ਬਾਰੇ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ, ਇਹ ਮਾਮਲਾ ਪੁਲਿਸ ਕੋਲ ਹੀ ਜਾਣਾ ਚਾਹੀਦਾ ਹੈ। ਅਗਲੇ ਦਿਨ ਵੀ ਉਹ ਭਿਖਾਰਨ ਸੂਟ ਲੈਣ ਆਈ ਤਾਂ ਮੈਂ ਬਿਨਾਂ ਕੁਝ ਕਹੇ ਉਸ ਨੂੰ ਦੇ ਦਿੱਤਾ। ਫਿਰ ਮੈਂ ਕੰਮ ਵਾਲੇ ਮੁੰਡੇ ਨੂੰ ਦੁਕਾਨ ਤੇ ਬਿਠਾਇਆ ਅਤੇ ਮੈਂ ਥਾਣੇ ਵੱਲ ਰਵਾਨਾ ਹੋ ਗਿਆ। ਥਾਣੇ ਪਹੁੰਚਣ ਤੋਂ ਬਾਅਦ ਮੈਨੂੰ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ ਅਤੇ ਫਿਰ ਜਦੋਂ ਇੰਸਪੈਕਟਰ ਖਾਲੀ ਹੋਇਆ ਤਾਂ ਮੈਂ ਉਸ ਕੋਲ ਗਿਆ। ਜਦੋਂ ਇੰਸਪੈਕਟਰ ਨੂੰ ਮੈਂ ਸਾਰੀ ਗੱਲ ਦੱਸੀ, ਜਿਸ ਨੂੰ ਸੁਣ ਕੇ ਇੰਸਪੈਕਟਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਖੁਦ ਸੰਭਾਲ ਲਵੇਗਾ। ਪੁਲਿਸ ਵਾਲੇ ਨੇ ਕਿਹਾ ਕਿ ਤੁਸੀਂ ਸਾਨੂੰ ਉਸ ਜਗ੍ਹਾ ਦਾ ਟਿਕਾਣਾ ਦੱਸੋ ਜਾਂ ਸਾਡੇ ਨਾਲ ਆਓ। ਮੈਂ ਇੰਸਪੈਕਟਰ ਨੂੰ ਉਸ ਥਾਂ ਬਾਰੇ ਦੱਸਿਆ। ਹਾਂ, ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਜੋ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂ। ਮੈਂ ਕੁਝ ਸਮਾਂ ਹੋਰ ਇੰਸਪੈਕਟਰ ਨਾਲ ਗੱਲਾਂ ਕਰਦਾ ਰਿਹਾ ਅਤੇ ਫਿਰ ਉੱਥੋਂ ਚਲਾ ਗਿਆ। ਮੈਂ ਆਪਣੇ ਸਾਰੇ ਕੰਮ ਪੂਰੇ ਕੀਤੇ ਅਤੇ ਸ਼ਾਮ ਨੂੰ ਇੰਸਪੈਕਟਰ ਦਾ ਫੋਨ ਆਇਆ ਕਿ ਉਹ ਉਸ ਸਮੇਂ ਬਾਹਰ ਛਾਪੇਮਾਰੀ ਕਰਨ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਜਲਦੀ ਤੋਂ ਜਲਦੀ ਛੁਡਾਇਆ ਜਾ ਸਕੇ ਅਤੇ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾ ਦਿੱਤਾ ਜਾਵੇ। ਅਜਿਹਾ ਨਾ ਹੋ ਜਾਵੇ ਕਿ ਉਹ ਲੇਟ ਹੋ ਜਾਣ ਅਤੇ ਉਹ ਭਿਖਾਰਨ ਉਹਨਾਂ ਬੱਚਿਆਂ ਨੂੰ ਕਿਤੇ ਹੋਰ ਲੈ ਜਾਵੇ। ਉਸੇ ਪਲ ਮੈਂ ਥਾਣੇ ਲਈ ਰਵਾਨਾ ਹੋਇਆ ਅਤੇ ਇੰਸਪੈਕਟਰ ਨੂੰ ਮਿਲਿਆ। ਇੰਸਪੈਕਟਰ ਪੂਰੀ ਤਿਆਰੀ ਵਿੱਚ ਸੀ। 15 ਪੁਲਿਸ ਵਾਲਿਆਂ ਦੀ ਟੀਮ ਤਿਆਰ ਸੀ ਅਤੇ ਫਿਰ ਜਿਵੇਂ ਹੀ ਮੈਂ ਪਹੁੰਚਿਆ ਸਾਰੇ ਉਹਨਾਂ ਦੇ ਘਰਾਂ ਵੱਲ ਚੱਲ ਪਏ। ਰਸਤੇ ਵਿੱਚ ਉਹ ਮੇਰੇ ਬਾਰੇ ਹੀ ਪੁੱਛ ਰਹੇ ਸੀ, ਮੈਂ ਕੌਣ ਹਾਂ, ਮੈਂ ਕੀ ਕਰਦਾ ਹਾਂ। ਇਸ ਲਈ ਬਿਨਾਂ ਕਿਸੇ ਝਿਜਕ ਤੇ ਮੈਂ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਅਤੇ ਫਿਰ ਲੁਕਾਉਣ ਵਾਲੀ ਤਾਂ ਕੋਈ ਗੱਲ ਵੀ ਨਹੀਂ ਸੀ। ਇਸ ਦੌਰਾਨ ਉਹ ਮੈਨੂੰ ਅਪਰਾਧ ਕਰਨ ਵਾਲੇ ਲੋਕਾਂ ਬਾਰੇ ਵੀ ਦੱਸਦਾ ਰਿਹਾ ਅਤੇ ਕਿਵੇਂ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਆਪਣੇ ਫਾਇਦੇ ਲਈ ਦੂਜਿਆਂ ਨੂੰ ਮਾਰਨਾ, ਲੁੱਟਣਾ, ਨੁਕਸਾਨ ਪਹੁੰਚਾਉਣਾ ਆਮ ਹੋ ਗਿਆ ਹੈ। ਮੈਂ ਥਾਣੇਦਾਰ ਦੀ ਗੱਲ ਨਾਲ ਸਹਿਮਤ ਹੋ ਗਿਆ। ਜਦੋਂ ਤੱਕ ਅਸੀਂ ਗੱਲ ਕਰਦੇ ਹਾਂ ਅਸੀਂ ਉਸ ਝੁੱਗੀਆਂ ਦੇ ਨੇੜੇ ਪਹੁੰਚ ਚੁੱਕੇ ਸੀ। ਇੰਸਪੈਕਟਰ ਨੇ ਥੋੜੀ ਦੂਰੀ ਤੇ ਹੀ ਗੱਡੀਆਂ ਰੋਕ ਲਈਆਂ ਸਨ ਅਤੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਉੱਥੇ ਝੁੱਗੀਆਂ ਨੂੰ ਚਾਰੋਂ ਪਾਸਿਓਂ ਘੇਰਨ ਲਈ ਕਿਹਾ ਸੀ। ਸਾਰੇ ਪੁਲਿਸ ਵਾਲਿਆਂ ਨੇ ਝੌਂਪੜੀਆਂ ਨੂੰ ਚਾਰੇ ਪਾਸੋਂ ਘੇਰ ਲਿਆ। ਮੈਂ ਕਾਰ ਦੇ ਅੰਦਰ ਹੀ ਬੈਠਾ ਰਿਹਾ ਕਿਉਂਕਿ ਥਾਣੇਦਾਰ ਨੇ ਮੈਨੂੰ ਬਾਹਰ ਆਉਣ ਤੋਂ ਮਨਾ ਕਰ ਦਿੱਤਾ ਸੀ ਕਿ ਜੇ ਤੁਸੀਂ ਬਾਹਰ ਆਏ ਤਾਂ ਤੁਹਾਨੂੰ ਖਤਰਾ ਹੋ ਸਕਦਾ ਹੈ। ਅਜਿਹਾ ਨਾ ਹੋਵੇ ਕਿ ਗਰੋਹ ਦੇ ਮੈਂਬਰ ਹਮਲਾ ਕਰ ਦੇਣ, ਅਜੇ 'ਚ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮੈਂ ਕਾਰ ਦੇ ਅੰਦਰ ਬੈਠਾ ਉਹਨਾਂ ਦੀ ਕਾਰਵਾਈ ਦੇਖ ਰਿਹਾ ਸੀ। ਝੌਂਪੜੀਆਂ ਨੂੰ ਘੇਰਾ ਪਾ ਲਿਆ ਸੀ ਅਤੇ ਇੰਸਪੈਕਟਰ ਹੁਣ ਸਾਰਿਆਂ ਨੂੰ ਬਾਹਰ ਆਉਣ ਲਈ ਕਹਿ ਰਿਹਾ ਸੀ।
ਇੰਸਪੈਕਟਰ ਦੀ ਆਵਾਜ਼ ਸੁਣ ਕੇ ਉਹ ਭਿਖਾਰਨ ਬੁੱਢੀ ਔਰਤ ਅਤੇ ਛੋਟੀ ਬੱਚੇ ਬਾਹਰ ਆ ਗਏ। ਇੰਸਪੈਕਟਰ ਨੇ ਉਹਨਾਂ ਨੂੰ ਆਪਣੇ ਆਪ ਨੂੰ ਤੁਰੰਤ ਇੰਸਪੈਕਟਰ ਦੇ ਹਵਾਲੇ ਕਰਨ ਲਈ ਕਿਹਾ। ਉਹ ਤਿੰਨੇ ਕੁਝ ਚਿੰਤਤ ਨਜ਼ਰ ਆ ਰਹੇ ਸਨ। ਮੈਂ ਕੁਝ ਦੂਰੀ ਤੇ ਬੈਠਾ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਦੇਖ ਰਿਹਾ ਸੀ। ਉਹ ਬਿਨਾਂ ਕਿਸੇ ਕਾਰਨ ਤੋਂ ਹੱਥ ਜੋੜ ਕੇ ਇੰਸਪੈਕਟਰ ਨੂੰ ਕੁਝ ਕਹਿ ਰਹੀ ਸੀ, ਪਰ ਇੰਸਪੈਕਟਰ ਨਾ ਵਿੱਚ ਸਿਰ ਹਿਲਾ ਰਿਹਾ ਸੀ। ਕੁਝ ਦੇਰ ਬਾਅਦ ਬੱਚੇ ਵੀ ਝੌਂਪੜੀ ਤੋਂ ਬਾਹਰ ਆ ਗਏ ਅਤੇ ਉਹ ਇਹ ਸਭ ਦੇਖ ਕੇ ਰੋ ਰਹੇ ਸਨ। ਇੰਸਪੈਕਟਰ ਨੇ ਆਪਣੇ ਪੁਲਿਸ ਵਾਲਿਆਂ ਨੂੰ ਸਮਝਾਇਆ ਕਿ ਉਹ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਣ। ਉਹ ਤਿੰਨੇ ਹੱਥ ਜੋੜ ਕੇ ਰੋ ਰਹੇ ਸਨ, ਪਰ ਇੰਸਪੈਕਟਰ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਤਿੰਨਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ। ਕੁਝ ਸਮੇਂ ਬਾਅਦ ਝੌਂਪੜੀਆਂ ਦੀ ਤਲਾਸ਼ੀ ਲਈ ਗਈ, ਪਰ ਕੁਝ ਖਾਸ ਨਹੀਂ ਮਿਲਿਆ। ਕਿਸੇ ਵੀ ਤਰ੍ਹਾਂ ਨਾਲ ਕੋਈ ਹਮਲਾ ਨਹੀਂ ਹੋਇਆ। ਸ਼ਾਇਦ ਉਸ ਦੇ ਸਾਥੀ ਕਿਤੇ ਛੁਪੇ ਹੋਏ ਸਨ ਤੇ ਇੱਥੇ ਬਿਲਕੁਲ ਮੌਜੂਦ ਨਹੀਂ ਸੀ। ਸਾਰੇ ਬੱਚੇ ਰੋ ਰਹੇ ਸਨ, ਪਰ ਜਲਦੀ ਹੀ ਉਹਨਾਂ ਨੂੰ ਜੀਪ ਵਿੱਚ ਬਿਠਾ ਲਿਆ ਗਿਆ ਅਤੇ ਫਿਰ ਥਾਣੇ ਵੱਲ ਵਾਪਸ ਚਲੇ ਗਏ। ਮੈਂ ਇੰਸਪੈਕਟਰ ਨਾਲ ਗੱਲ ਕੀਤੀ ਅਤੇ ਉਸ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਨੂੰ ਉਹਨਾਂ ਦੇ ਘਰ ਲੈ ਜਾਵੇਗਾ। ਇਸ ਕੇਸ ਵਿੱਚ ਵੱਖਰੀ ਫਾਈਲ ਤਿਆਰ ਕੀਤੀ ਗਈ ਸੀ। ਉਹਨਾਂ ਤਿੰਨਾਂ ਭਿਖਾਰੀਆਂ ਨੂੰ ਜੇਲ੍ਹ ਵਿੱਚ ਕਰ ਦਿੱਤਾ ਗਿਆ ਅਤੇ ਮੈਂ ਬਹੁਤ ਆਰਾਮ ਨਾਲ ਘਰ ਵਾਪਸ ਆ ਗਿਆ। ਮੈਂ ਬਹੁਤ ਵਧੀਆ ਕੰਮ ਕੀਤਾ ਸੀ, ਇਸ ਲਈ ਮੈਂ ਅੰਦਰੋਂ ਬਹੁਤ ਖੁਸ਼ ਸੀ। ਘਰ ਆ ਕੇ ਮੈਂ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ, ਜਿਸ ਨੂੰ ਸੁਣ ਕੇ ਉਹ ਵੀ ਖੁਸ਼ ਹੋ ਗਈ ਕਿ ਸਭ ਕੁਝ ਠੀਕ ਠਾਕ ਹੋ ਗਿਆ ਅਤੇ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਨਹੀਂ ਹੋਇਆ। ਮੈਂ ਵੀ ਸੋਚਿਆ ਕਿ ਬੇਸਹਾਰਾ ਬੱਚੇ ਆਪਣੇ ਮਾਂ-ਬਾਪ ਨੂੰ ਲੱਭ ਲੈਣਗੇ। ਅਗਲੇ ਦਿਨ ਮੈਂ ਆਪਣੀ ਦੁਕਾਨ ਤੇ ਆ ਗਿਆ। ਹਰ ਰੋਜ਼ ਦੀ ਤਰ੍ਹਾਂ ਉਹ ਭਿਖਾਰਨ ਨਹੀਂ ਆਈ ਸੀ ਤੇ ਆ ਵੀ ਕਿਵੇਂ ਸਕਦੀ ਸੀ। ਉਹ ਜੇਲ੍ਹ ਵਿੱਚ ਸੀ। ਮੈਂ ਵੀ ਆਰਾਮ ਨਾਲ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਅਤੇ 11 ਵੱਜ ਗਏ ਸੀ ਅਤੇ ਕੋਈ ਗਾਹਕ ਵੀ ਨਹੀਂ ਆਇਆ ਸੀ। ਮੈਂ ਸਾਹਮਣੇ ਵਾਲੀ ਦੁਕਾਨ ਵੱਲ ਦੇਖਣ ਲੱਗਾ, ਜੋ ਅੱਜ ਮੇਰੀ ਦੁਕਾਨ ਨਾਲੋਂ ਜ਼ਿਆਦਾ ਭੀੜ ਸੀ। ਦੁਪਹਿਰ ਤੋਂ ਸ਼ਾਮ ਹੋ ਗਈ ਸੀ, ਪਰ ਸਿਰਫ ਇੱਕ ਗਾਹਕ ਆਇਆ ਅਤੇ ਸਿਰਫ ਇੱਕ ਸੂਟ ਲੈ ਕੇ ਚਲਾ ਗਿਆ। ਮੈਂ ਕੁਝ ਪਰੇਸ਼ਾਨ ਹੋ ਗਿਆ। ਮੈਂ ਥੋੜਾ ਚਿੰਤਤ ਸੀ ਕਿ ਇੱਕ ਵਾਰ ਫਿਰ ਮੇਰੇ ਨਾਲ ਉਹੀ ਹਾਲ ਹੋਣ ਲੱਗਿਆ ਸੀ ਜਿਸ ਦਾ ਉਹ ਭਿਖਾਰਨ ਆਉਣ ਤੋਂ ਪਹਿਲਾਂ ਸਾਹਮਣਾ ਕਰ ਰਿਹਾ ਸੀ। ਅਗਲੇ 2 ਦਿਨ ਇਸੇ ਤਰ੍ਹਾਂ ਲੰਘ ਗਏ, ਪਰ ਕੋਈ ਗਾਹਕ ਦੁਕਾਨ ਤੇ ਨਹੀਂ ਆਇਆ। ਆਮਦਨ ਬਿਲਕੁਲ ਨਾਮੁਮਕਿਨ ਹੋ ਗਈ ਸੀ। ਮੇਰੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੂੰ ਵੀ ਚਿੰਤਾ ਸੀ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਮੈਂ ਵੀ ਚਿੰਤਤ ਸੀ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮੈਂ ਇਸ ਵਿਅਕਤੀ ਨੂੰ ਨੌਕਰੀ ਤੇ ਨਹੀਂ ਰੱਖ ਸਕਾਂਗਾ। ਅਸੀਂ ਉਸ ਨੂੰ ਤਨਖਾਹ ਕਿਵੇਂ ਦੇਵਾਂਗੇ? ਜਿਸ ਦਿਨ ਭਿਖਾਰਨ ਆਉਂਦੀ ਸੀ, ਉਸ ਦਿਨ ਮੇਰੀ ਦੁਕਾਨ ਤੇ ਭੀੜ ਵੀ ਘੱਟ ਨਹੀਂ ਹੁੰਦੀ ਸੀ। ਹੁਣ ਜਦੋਂ ਉਹ ਨਹੀਂ ਆ ਰਹੀ ਸੀ ਤਾਂ ਮੇਰਾ ਕੰਮ ਠੱਪ ਹੋ ਗਿਆ ਸੀ। ਮੈਨੂੰ ਲੱਗਾ ਜਿਵੇਂ ਉਸ ਨੂੰ ਸਰਾਪ ਦਿੱਤਾ ਹੋਵੇ, ਪਰ ਉਹ ਮੈਨੂੰ ਕਿਵੇਂ ਸਰਾਪ ਦੇ ਸਕਦੀ ਸੀ? ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਜਾ ਕੇ ਪੁਲਿਸ ਨੂੰ ਉਸ ਦਾ ਰਾਜ਼ ਦੱਸ ਦਿੱਤਾ ਸੀ। ਮੈਂ ਇੱਥੇ ਬਹੁਤ ਪਰੇਸ਼ਾਨ ਰਹਿਣ ਲੱਗਾ ਸੀ, ਕਿਉਂਕਿ ਦਿਨੋਂ ਦਿਨ ਮੇਰੀ ਦੁਕਾਨ ਤੇ ਆਉਣ ਵਾਲੇ ਲੋਕਾਂ ਨੇ ਵੀ ਆਉਣਾ ਬੰਦ ਕਰ ਦਿੱਤਾ ਸੀ। ਮੈਂ ਸਾਰਾ ਦਿਨ ਦੁਕਾਨ ਵਿੱਚ ਬੈਠਾ ਗਾਹਕਾਂ ਦੀ ਉਡੀਕ ਕਰਦਾ ਰਹਿੰਦਾ ਸੀ। ਜਦੋਂ ਮੈਂ ਆਪਣੀ ਸਮੱਸਿਆ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਵੀ ਫਿਕਰਮੰਦ ਹੋ ਗਈ, ਪਰ ਫਿਰ ਵੀ ਉਸ ਕੋਲ ਇਸ ਦਾ ਕੋਈ ਹੱਲ ਨਹੀਂ ਸੀ। ਅਸੀਂ ਗਾਹਕਾਂ ਨੂੰ ਆਪਣੀ ਦੁਕਾਨ ਤੇ ਆਉਣ ਲਈ ਮਜਬੂਰ ਨਹੀਂ ਕਰ ਸਕਦੇ ਸੀ। ਇੱਕ ਦਿਨ ਜਦੋਂ ਮੈਂ ਇੰਸਪੈਕਟਰ ਨੂੰ ਬੁਲਾ ਕੇ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀ। ਉਹ ਸਿਰਫ ਇਹ ਕਹਿੰਦੀ ਹੈ ਕਿ ਉਹ ਸਾਰੇ ਬੱਚੇ ਉਸ ਦੇ ਆਪਣੇ ਹਨ। ਉਸ ਦੇ ਨਾਲ ਉਸ ਦੀ ਇੱਕ ਭੈਣ ਅਤੇ ਬੁੱਢੀ ਮਾਂ ਹੈ ਅਤੇ ਉਹ ਇਹ ਵੀ ਕਹਿੰਦੀ ਹੈ ਕਿ ਇਹ ਸਾਰੇ ਬੱਚੇ ਉਸ ਦੇ ਆਪਣੇ ਹਨ। ਉਹਨਾਂ ਦੇ ਕਿਤੇ ਵੀ ਚੋਰੀ ਨਹੀਂ ਕੀਤੀ, ਨਾ ਹੀ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਅਤੇ ਨਾ ਹੀ ਬੱਚਿਆਂ ਨੂੰ ਵੇਚਿਆ। ਉਹ ਕਿਸੇ ਗੈਂਗ ਨਾਲ ਸੰਬੰਧਿਤ ਨਹੀਂ ਹੈ। ਅਦਾਲਤ ਨੇ ਇਹਨਾਂ ਤਿੰਨਾਂ ਖਿਲਾਫ ਸਬੂਤ ਇਕੱਠੇ ਕਰਨ ਲਈ ਕਿਹਾ ਹੈ, ਪਰ ਉਹਨਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਨਾ ਹੀ ਉਹਨਾਂ ਦੀਆਂ ਝੌਂਪੜੀਆਂ ਵਿੱਚੋਂ ਅਜਿਹਾ ਕੁਝ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਅਜਿਹਾ ਕੋਈ ਕੰਮ ਕਰਦੇ ਹਨ। ਮੈਂ ਇਸ ਵਿਅਕਤੀ ਤੋਂ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ। ਮੈਂ ਪੁੱਛਿਆ, ਬੱਚਿਆਂ ਨੂੰ ਕੀ ਹੋਇਆ? ਕੀ ਉਹਨਾਂ ਦੇ ਮਾਪੇ ਨਹੀਂ ਮਿਲੇ ਸਨ? ਕੀ ਉਹ ਗਵਾਹੀ ਦੇ ਸਕਦੇ ਹਨ ਕਿ ਉਹ ਉਹਨਾਂ ਦੇ ਬੱਚੇ ਹਨ ਜਾਂ ਨਹੀਂ? ਇੰਸਪੈਕਟਰ ਨੇ ਦੱਸਿਆ ਕਿ ਇਹਨਾਂ ਵਿੱਚੋਂ ਕਿਸੇ ਵੀ ਬੱਚੇ ਦੇ ਮਾਪਿਆਂ ਦਾ ਪਤਾ ਨਹੀਂ ਲੱਗ ਸਕਿਆ। ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਗਿਆ ਹੈ, ਪਰ ਅੱਜ ਤੱਕ ਕੋਈ ਵੀ ਉਹਨਾਂ ਨੂੰ ਨਹੀਂ ਲੈਣ ਆਇਆ ਅਤੇ ਬੱਚੇ ਰੋਂਦੇ ਹੀ ਰਹਿੰਦੇ ਹਨ ਕਿ ਉਹਨਾਂ ਨੇ ਆਪਣੀ ਮਾਂ ਕੋਲ ਜਾਣਾ ਹੈ। ਮੈਂ ਹੈਰਾਨੀ ਨਾਲ ਪੁੱਛਿਆ, ਮਾਂ ਕੌਣ ਹੈ? ਇੰਸਪੈਕਟਰ ਨੇ ਦੱਸਿਆ ਕਿ ਉਹ ਭਿਖਾਰਨ ਨੂੰ ਹੀ ਆਪਣੀ ਮਾਂ ਕਹਿੰਦੇ ਹੈ, ਜਿਸ ਦੇ ਖਿਲਾਫ ਤੁਸੀਂ ਕਿਹਾ ਸੀ
ਕਿ ਉਹ ਬੱਚਿਆਂ ਨੂੰ ਰੱਖਦੀ ਹੈ। ਉਹ ਉਸੇ ਭਿਖਾਰਨ ਨੂੰ ਆਪਣੀ ਮਾਂ ਕਹਿ ਕੇ ਬੁਲਾਉਂਦੀ ਹੈ। ਬੁੱਢੀ ਔਰਤ ਨੂੰ ਦਾਦੀ ਅਤੇ ਛੋਟੀ ਕੁੜੀ ਨੂੰ ਮਾਸੀ ਕਹਿੰਦੀ ਹੈ। ਇੰਸਪੈਕਟਰ ਵੀ ਕੁਝ ਹੋਰ ਕਹਿ ਰਿਹਾ ਸੀ, ਪਰ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਇਹ ਸਭ ਕੀ ਹੋ ਰਿਹਾ ਹੈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਫੋਨ ਬੰਦ ਕਰ ਦਿੱਤਾ। ਕੁਝ ਅਜੀਬ ਸੀ ਜੋ ਸਾਡੀਆਂ ਨਜ਼ਰਾਂ ਤੋਂ ਛੁਪਾਇਆ ਹੋਇਆ ਸੀ। ਹੁਣ ਮੇਰਾ ਦਿਲ ਵੀ ਕਹਿਣ ਲੱਗਾ ਸੀ ਕਿ ਕਿਤੇ ਕੁਝ ਗਲਤ ਹੋ ਗਿਆ ਹੈ। ਇਸ ਬਾਰੇ ਸੋਚ ਕੇ ਮੇਰਾ ਸਿਰ ਦਰਦ ਹੋ ਰਿਹਾ ਸੀ, ਪਰ ਮੇਰੇ ਦਿਮਾਗ ਵਿੱਚ ਕੋਈ ਹੱਲ ਨਹੀਂ ਆ ਰਿਹਾ ਸੀ। ਬੱਚਿਆਂ ਲਈ ਇਸ਼ਤਿਹਾਰ ਵੀ ਦਿੱਤਾ ਗਿਆ ਸੀ, ਪਰ ਕਿਸੇ ਨੇ ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਨਹੀਂ ਕਿਹਾ ਅਤੇ ਨਾ ਹੀ ਕੋਈ ਬੱਚਿਆਂ ਨੂੰ ਲੈਣ ਆਇਆ। ਉਹ ਕੁਝ ਟਾਈਮ ਸੋਚ ਕੇ ਦੁਕਾਨ ਤੇ ਲੜਕੇ ਨੂੰ ਬਿਠਾ ਕੇ ਉਹ ਖੁਦ ਥਾਣੇ ਗਿਆ ਅਤੇ ਸਿੱਧੇ ਇੰਸਪੈਕਟਰ ਨੂੰ ਮਿਲਿਆ, ਜੋ ਖੁਦ ਇਸ ਮਾਮਲੇ ਵਿੱਚ ਉਲਝਿਆ ਹੋਇਆ ਸੀ। ਮੈਨੂੰ ਦੇਖਦਿਆਂ ਹੀ ਉਹ ਸਿੱਧਾ ਬੈਠ ਗਿਆ ਅਤੇ ਮੈਂ ਵੀ ਜਾ ਕੇ ਉਸਦੇ ਸਾਹਮਣੇ ਬੈਠ ਗਿਆ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਉਹ ਕਹਿਣ ਲੱਗਾ ਕਿ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ ਸਿਰਫ ਆਪਣੀ ਮਾਂ, ਦਾਦੀ ਅਤੇ ਮਾਸੀ ਕੋਲ ਜਾਣਾ ਚਾਹੁੰਦੇ ਹੈ। ਉਹਨਾਂ ਵਿੱਚੋਂ ਕੁਝ ਵੱਡੇ ਬੱਚੇ ਸਨ। ਮੈਂ ਉਸ ਤੋਂ ਪੁੱਛਗਿੱਛ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਕਦੇ ਨਹੀਂ ਮਾਰਿਆ। ਉਹ ਆਪਣੀ ਦਾਦੀ ਅਤੇ ਮਾਸੀ ਦੇ ਨਾਲ ਰਹਿੰਦੇ ਹੈ ਅਤੇ ਇੰਨਾ ਹੀ ਨਹੀਂ, ਬੱਚਿਆਂ ਨੇ ਦੱਸਿਆ ਕਿ ਜਦੋਂ ਤੋਂ ਉਹਨਾਂ ਨੂੰ ਹੋਸ਼ ਆਈ ਹੈ, ਉਦੋਂ ਤੋਂ ਉਹ ਉਹਨਾਂ ਤਿੰਨਾਂ ਦੇ ਨਾਲ ਰਹਿ ਰਹੇ ਹਨ। ਉਹਨਾਂ ਬੱਚਿਆਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਮਾਂ ਕੁਝ ਹੋਰ ਬੱਚਿਆਂ ਨੂੰ ਲੈ ਕੇ ਆਉਂਦੀ ਹੈ ਅਤੇ ਫਿਰ ਉਹ ਵੀ ਸਾਡੇ ਨਾਲ ਹੀ ਰਹਿਣ ਲੱਗ ਜਾਂਦੇ ਹਨ ਅਤੇ ਫਿਰ ਕਿਤੇ ਨਹੀਂ ਜਾਂਦੇ। ਸਾਡੀ ਮਾਂ ਬਹੁਤ ਚੰਗੀ ਹੈ। ਉਹ ਸਾਡੇ ਲਈ ਖਾਣ ਪੀਣ, ਰਹਿਣ ਸਹਿਣ ਅਤੇ ਕੱਪੜਿਆਂ ਦਾ ਪ੍ਰਬੰਧ ਕਰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਕੋਈ ਵੀ ਬਾਹਰਲਾ ਵਿਅਕਤੀ ਸਾਨੂੰ ਮਿਲਣ ਨਹੀਂ ਆਉਂਦਾ। ਇੰਸਪੈਕਟਰ ਦੀਆਂ ਗੱਲਾਂ ਸੁਣ ਕੇ ਮੈਂ ਘਬਰਾ ਗਿਆ। ਮੈਂ ਇੰਸਪੈਕਟਰ ਨੂੰ ਪੁੱਛਿਆ ਕਿ ਇਸ ਸਭ ਦਾ ਕੀ ਮਤਲਬ ਹੈ। ਇੰਸਪੈਕਟਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਜੋ ਕਿਹਾ ਹੈ ਉਹ ਸਿਰਫ ਗਲਤਫਹਿਮੀ ਹੈ। ਸਾਨੂੰ ਇਹਨਾਂ ਤਿੰਨਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਹੋਵੇਗੀ। ਜਦੋਂ ਤੁਸੀਂ ਆਏ ਤਾਂ ਮੈਂ ਉਹਨਾਂ ਤੋਂ ਪੁੱਛਗਿੱਛ ਕਰਨ ਜਾ ਰਿਹਾ ਸੀ। ਮੈਂ ਕਿਹਾ, ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਇੰਸਪੈਕਟਰ ਦੇ ਨਾਲ ਨਾਲ ਮੈਂ ਉਹਨਾਂ ਤਿੰਨਾਂ ਔਰਤਾਂ ਕੋਲ ਆ ਗਿਆ ਜਿੱਥੇ ਉਹ ਤਿੰਨੋਂ ਬੰਦ ਸੀ। ਮੈਨੂੰ ਉਹਨਾਂ ਤਿੰਨਾਂ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਇਸ ਦਾ ਸਾਫ਼ ਮਤਲਬ ਸੀ ਕਿ ਲੇਡੀ ਇੰਸਪੈਕਟਰ ਨੇ ਉਹਨਾਂ ਤੋਂ ਸਾਰਾ ਕੁਝ ਬੁਲਵਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਨੂੰ ਦੇਖਦਿਆਂ ਹੀ ਭਿਖਾਰਨ ਝੱਟ ਮੇਰੇ ਵੱਲ ਮੁੜੀ ਤੇ ਫਿਰ ਸਲਾਖਾਂ ਨੂੰ ਫੜ ਕੇ ਕਹਿਣ ਲੱਗੀ, ਬਾਬੂ ਜੀ, ਚੰਗਾ ਹੋਇਆ ਤੁਸੀਂ ਆ ਗਏ। ਮੈਨੂੰ ਪਤਾ ਸੀ ਕਿ ਮੇਰਾ ਰੱਬ ਮੇਰੀ ਮਦਦ ਲਈ ਜ਼ਰੂਰ ਕਿਸੇ ਨੂੰ ਭੇਜੇਗਾ ਅਤੇ ਦੇਖੋ, ਤੁਸੀਂ ਸਾਨੂੰ ਬਚਾਉਣ ਆਏ ਹੋ। ਉਸ ਦੀਆਂ ਅੱਖਾਂ ਤੇ ਵਿਸ਼ਵਾਸ ਦੀ ਪੱਟੀ ਵੇਖ ਕੇ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਆਪਣਾ ਮਦਦਗਾਰ ਸਮਝ ਰਹੀ ਸੀ, ਅਸਲ ਵਿੱਚ ਉਹ ਉਸ ਨੂੰ ਇੱਥੇ ਲਿਆਉਣ ਲਈ ਜ਼ਿੰਮੇਵਾਰ ਸੀ। ਇੰਸਪੈਕਟਰ ਨੇ ਚੁੱਪਚਾਪ ਸਾਡੇ ਵੱਲ ਦੇਖਿਆ। ਮੈਂ ਪੁੱਛਿਆ ਕਿ ਤੁਸੀਂ ਇੰਨੇ ਬੱਚੇ ਆਪਣੇ ਕੋਲ ਕਿਉਂ ਰੱਖਦੇ ਹੋ? ਆਖਰ ਇਹ ਬੱਚੇ ਕਿਸ ਦੇ ਹਨ? ਉਹਨਾਂ ਨੇ ਕਿਹਾ ਕਿ ਇਹ ਸਾਰੇ ਬੱਚੇ ਮੇਰੇ ਆਪਣੇ ਹਨ। ਮੈਂ ਥੋੜੇ ਜਿਹੇ ਗੁੱਸੇ ਨਾਲ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਵਿਆਹੇ ਨਹੀਂ ਹੋ ਅਤੇ ਤੁਹਾਡੇ ਇੰਨੇ ਬੱਚੇ ਨਹੀਂ ਹੋ ਸਕਦੇ। ਉਹਨਾਂ ਨੇ ਕਿਹਾ ਕਿ ਸਗੇ ਨਹੀਂ ਹੈ ਤਾਂ ਕੀ ਹੋਇਆ, ਪਰ ਮੈਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਹੈ। ਇਸ ਲਈ ਮੇਰੇ ਪਿਤਾ ਜੀ ਬਹੁਤ ਛੋਟੀ ਉਮਰ ਵਿੱਚ ਹੀ ਗੁਜ਼ਰ ਗਏ। ਪਹਿਲਾਂ ਵੀ ਅਸੀਂ ਝੌਂਪੜੀਆਂ ਵਿੱਚ ਰਹਿੰਦੇ ਸੀ ਅਤੇ ਉਹ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ। ਜਦੋਂ ਮੇਰੀ ਮਾਂ ਬਿਮਾਰ ਹੋ ਗਈ, ਮੈਂ ਇਸ ਨੂੰ ਆਪਣਾ ਕਿੱਤਾ ਅਪਣਾ ਲਿਆ ਕਿਉਂਕਿ ਮੈਂ ਅਨਪੜ੍ਹ ਸੀ ਅਤੇ ਮੈਨੂੰ ਇੱਜ਼ਤ ਵਾਲੀ ਨੌਕਰੀ ਨਹੀਂ ਮਿਲ ਸਕਦੀ ਸੀ। ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਕਿ ਕੋਈ ਵੀ ਆਦਮੀ ਬੁਰੀ ਨਿਗਾਹ ਨਾਲ ਦੇਖਣ ਤੋਂ ਡਰਦਾ ਸੀ। ਜਦੋਂ ਮੈਂ ਹਰ ਗਲੀ ਵਿੱਚ ਭੀਖ ਮੰਗਦੀ, ਮੈਨੂੰ ਬਹੁਤ ਸਾਰੇ ਬੇਸਹਾਰਾ ਬੱਚੇ ਮਿਲ ਜਾਂਦੇ ਜਿਨ੍ਹਾਂ ਦੇ ਸਿਰ ਤੇ ਨਾ ਤਾਂ ਉਹਨਾਂ ਦੀ ਮਾਂ ਸੀ ਅਤੇ ਨਾ ਹੀ ਉਹਨਾਂ ਦੇ ਪਿਤਾ। ਇਹ ਸਾਰੇ ਬੱਚੇ ਸੜਕ ਕਿਨਾਰੇ ਸੌਂਦੇ ਸਨ ਅਤੇ ਭੀਖ ਮੰਗ ਕੇ ਖਾਂਦੇ ਸਨ। ਕੁਝ ਬੱਚੇ ਇੰਨੇ ਛੋਟੇ ਸਨ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕੀ ਕਰ ਰਹੇ ਹਨ ਅਤੇ ਮੈਂ ਕੁਝ ਬੱਚਿਆਂ ਨੂੰ ਮਿਲੀ ਜੋ ਸਿਰਫ 1 ਜਾਂ 2 ਦਿਨ ਦੇ ਸਨ। ਸ਼ਾਇਦ ਹੀ ਕਿਸੇ ਦੇ ਪਾਪ ਕਰਕੇ ਉਹ ਇਸ ਸੰਸਾਰ ਵਿੱਚ ਆਏ ਹੋਣ। ਮੈਂ ਕੂੜੇ ਚੋਂ ਬੱਚਿਆਂ ਨੂੰ ਚੁੱਕ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ। ਇਸ ਤਰ੍ਹਾਂ ਕਰਕੇ ਮੈਂ 20-25 ਬੱਚੇ ਇਕੱਠੇ ਕੀਤੇ। ਜਦੋਂ ਲੋਕ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਰੱਖਦੇ ਹਨ ਤਾਂ ਉਹ ਇਹ ਵੀ ਨਹੀਂ ਸੋਚਦੇ ਕਿ ਇਹ ਕਿੰਨਾ ਵੱਡਾ ਪਾਪ ਹੈ। ਇਹਨਾਂ ਅਨਾਥ ਬੱਚਿਆਂ ਦੇ ਰਿਸ਼ਤੇਦਾਰ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਅਨਾਥ ਬੱਚਿਆਂ ਦੀ ਦੇਖਭਾਲ ਕਰਨ।
ਪਰ ਅੱਜ ਦੇ ਸਮੇਂ ਵਿੱਚ ਇਨਸਾਨੀਅਤ ਮਰ ਗਈ ਲੱਗਦੀ ਹੈ। ਬੱਚੇ ਅਨਾਥ ਹੁੰਦੇ ਹੀ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਨੂੰ ਭੁੱਲ ਜਾਂਦੇ ਹਨ। ਤੁਸੀਂ ਇਹਨਾਂ ਬੱਚਿਆਂ ਨੂੰ ਆਪ ਪੁੱਛੋ। ਮੈਂ ਇਹਨਾਂ ਬੱਚਿਆਂ ਨੂੰ ਪਾਲਿਆ ਹੈ। ਮੇਰੀ ਬੁੱਢੀ ਮਾਂ ਅਤੇ ਮੇਰੀ ਭੈਣ ਨੇ ਵੀ ਇਹਨਾਂ ਨੂੰ ਪਾਲਿਆ। ਇਸ ਵਿਚਲਾ ਕਾਰਨ ਸੁਣ ਕੇ ਮੈਨੂੰ ਸ਼ਰਮ ਮਹਿਸੂਸ ਹੋਈ ਕਿ ਮੈਂ ਕਿੰਨਾ ਗਲਤ ਸਮਝਿਆ ਸੀ। ਇੰਸਪੈਕਟਰ ਨੇ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਾਪਸ ਲੈ ਲਈ ਸੀ ਅਤੇ ਉਹਨਾਂ ਨੇ ਬਿਖਾਰਨ ਦੀ ਮਾਂ, ਭੈਣ ਅਤੇ ਬੱਚਿਆਂ ਨੂੰ ਰਿਹਾ ਕਰ ਦਿੱਤਾ ਸੀ। ਪਰ ਕੁਝ ਸਮੇਂ ਤੱਕ ਉਸ ਤੇ ਨਜ਼ਰ ਰੱਖੀ ਗਈ। ਉਦੋਂ ਤੱਕ ਸਭ ਕੁਝ ਅਜਿਹਾ ਹੀ ਸੀ ਜਿਵੇਂ ਬਿਖਾਰਨ ਨੇ ਕਿਹਾ ਸੀ। ਇੰਸਪੈਕਟਰ ਨੇ ਕੁਝ ਲੋਕਾਂ ਨਾਲ ਮਿਲ ਕੇ ਇੱਕ ਛੋਟੀ ਜਿਹੀ ਜਗ੍ਹਾ ਤੇ ਉਹਨਾਂ ਲਈ ਇੱਕ ਮਕਾਨ ਬਣਵਾਇਆ ਸੀ, ਜਿਸ ਵਿੱਚ ਉਹ ਸਾਰੇ ਬੱਚਿਆਂ ਨਾਲ ਰਹਿਣ ਲੱਗ ਪਈ ਸੀ। ਪਤਾ ਨਹੀਂ ਉਸ ਨੇ ਮੈਨੂੰ ਅਤੇ ਇੰਸਪੈਕਟਰ ਨੂੰ ਕਿੰਨੀਆਂ ਅਸੀਸਾਂ ਦਿੱਤੀਆਂ। ਮੈਂ ਉਹਨਾਂ ਬੱਚਿਆਂ ਨੂੰ ਕੱਪੜੇ ਅਤੇ ਖਾਣ ਪੀਣ ਦਾ ਸਮਾਨ ਵੀ ਭੇਜਦਾ ਰਿਹਾ ਅਤੇ ਰੱਬ ਦੀ ਕਰਾਮਾਤ ਨਾਲ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਵਧਣ ਲੱਗੀ। ਹੋਰ ਤਾਂ ਹੋਰ ਉਸ ਇੰਸਪੈਕਟਰ ਨੂੰ ਵੀ ਪ੍ਰਮੋਸ਼ਨ ਮਿਲ ਗਈ ਸੀ। ਮੈਂ ਹੁਣ ਸਮਝ ਗਿਆ ਸੀ ਕਿ ਇਹ ਕਿਸੇ ਗਰੀਬ ਨੂੰ ਦਿੱਤੇ ਚੰਗੇ ਕੰਮ ਦਾ ਨਤੀਜਾ ਸੀ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਕਿ ਮੈਨੂੰ ਸਮੇਂ ਸਿਰ ਸਾਰੀ ਸੱਚਾਈ ਪਤਾ ਲੱਗ ਗਈ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ। ਅੰਤ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।